ਸੰਵਿਧਾਨ ਬਣਾਉਣ ਦਾ ਸੁਝਾਅ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ ਸੀ? ਤੁਹਾਡੇ ਕੋਲੇ ਚਾਰ ਆਪਸ਼ਨਾਂ ਨੇ, ਐਮ.ਐਨ. ਰॉय, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਤੇ ਰਜਿੰਦਰ ਪ੍ਰਸਾਦ। ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਸੰਵਿਧਾਨ ਦਾ ਸਾਰਿਆਂ ਤੋਂ ਪਹਿਲਾ ਆਈਡੀਆ ਕਿਹੜੇ ਬੰਦੇ ਨੇ ਦਿੱਤਾ ਸੀ? ਐਮ.ਐਨ. ਰॉय ਨੇ ਦਿੱਤਾ ਸੀ। ਕਦੋਂ ਦਿੱਤਾ ਸੀ? 1934 ਦੇ ਵਿੱਚ। ਇਹਦੀ ਆਪਸ਼ਨ ਪਹਿਲੀ ਸਹੀ ਹੈ, ਐਮ.ਐਨ. ਰॉय। ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਕੁਐਸਚਨ ਆ, ਅੰਗਰੇਜ਼ਾਂ ਨੇ ਭਾਰਤੀ ਸੰਵਿਧਾਨ ਦੀ ਮੰਗ ਕਦੋਂ ਸਵੀਕਾਰ ਕੀਤੀ ਸੀ? ਤੁਹਾਨੂੰ ਪਤਾ ਕਿ 1934 ਦੇ ਵਿੱਚ ਤਾਂ ਆਪਾਂ ਨੂੰ ਸੁਝਾਅ ਦਿੱਤਾ ਗਿਆ ਸੀ, ਸਤੰਬਰ ਆਫਰ 1940, ਅਗਸਤ ਆਫਰ 1940 ਜਾਂ ਜੁਲਾਈ ਆਫਰ 1940 ਜਾਂ ਅਕਤੂਬਰ ਆਫਰ 1940। ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚੇ, ਜਿਹੜਾ ਸੰਵਿਧਾਨ ਸੀ ਆਪਾਂ 1934 'ਚ ਆਈਡੀਆ ਦਿੱਤਾ, ਉਸ ਤੋਂ ਬਾਅਦ ਆਪਾਂ ਕੀ ਕੀਤੀ? ਮੰਗ ਕੀਤੀ ਕਿ ਅਸੀਂ ਇੱਕ ਵੱਖਰਾ ਕੀ ਬਣਾਉਣਾ ਚਾਹੁੰਦੇ ਹਾਂ? ਸੰਵਿਧਾਨ ਬਣਾਉਣਾ ਚਾਹੁੰਦੇ ਹਾਂ। ਅੰਗਰੇਜ਼ਾਂ ਨੇ ਉਹ ਸੰਵਿਧਾਨ ਦੀ ਮੰਗ ਕਦੋਂ ਪੂਰੀ ਕੀਤੀ ਸੀ? ਅਗਸਤ ਆਫਰ 1940। ਉਸ ਆਫਰ ਨੂੰ ਕੀ ਨਾਂ ਦਿੱਤਾ ਗਿਆ ਸੀ? ਅਗਸਤ ਆਫਰ 1940 ਦਾ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ, ਸੰਵਿਧਾਨਿਕ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚੇ। ਸੰਵਿਧਾਨਿਕ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? 7 ਦਸੰਬਰ 1946 ਜਾਂ 8 ਦਸੰਬਰ 1946 ਜਾਂ 9 ਦਸੰਬਰ 1946 ਜਾਂ 12 ਦਸੰਬਰ 1946। ਸੰਵਿਧਾਨਿਕ ਅਸੈਂਬਲੀ ਸੀ ਜਿਹੜੀ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਸੀ, ਉਹਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? 9 ਦਸੰਬਰ 1946। ਕਈ ਵਾਰੀ ਇੱਦਾਂ ਵੀ ਪੁੱਛ ਸਕਦੇ ਆ, ਪਹਿਲੀ ਮੀਟਿੰਗ ਕਦੋਂ ਤੋਂ ਕਦੋਂ ਵਿਚਕਾਰ ਹੋਈ ਸੀ? 9 ਦਸੰਬਰ ਤੋਂ ਲੈ ਕੇ 23 ਦਸੰਬਰ 1946 ਤੱਕ ਹੋਈ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਕੱਚਾ ਪੱਕਾ ਰਾਸ਼ਟਰਪਤੀ ਕਿਹਨੂੰ ਨਿਯੁਕਤ ਕੀਤਾ ਸੀ? ਹੁਣ ਇਹਦੇ ਵਿੱਚ ਆਪਸ਼ਨਾਂ ਹੈਗੀਆਂ ਨੇ, ਸਚਿਆਨੰਦ ਸਿਨਹਾ, ਰਜਿੰਦਰ ਪ੍ਰਸਾਦ, ਐਚ.ਸੀ. ਮੁਖਰਜੀ ਐਂਡ ਜਵਾਹਰ ਲਾਲ ਨਹਿਰੂ। ਆਪਾਂ ਉਹਦੇ ਕੀ ਆ ਗਿਆ? ਟੈਂਪਰੇਰੀ ਪ੍ਰੈਜ਼ੀਡੈਂਟ। ਆਪਾਂ ਇੰਗਲਿਸ਼ 'ਚ ਕੀ ਕਹਿ ਸਕਦੇ ਹਾਂ? ਟੈਂਪਰੇਰੀ ਪ੍ਰੈਜ਼ੀਡੈਂਟ। ਟੈਂਪਰੇਰੀ ਪ੍ਰੈਜ਼ੀਡੈਂਟ ਕਿਹਨੂੰ ਇਲੈਕਟ ਕੀਤਾ ਸੀ ਅੰਗਰੇਜ਼ਾਂ ਨੇ ਫਰੈਂਚ ਪ੍ਰੈਕਟਿਸ ਵਜੋਂ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ। ਡਾਕਟਰ ਸਚਿਆਨੰਦ ਸਿਨਹਾ ਕਿਹਨੂੰ ਅਪਾਇੰਟਡ ਕੀਤਾ ਸੀ? ਡਾਕਟਰ ਸਚਿਆਨੰਦ ਸਿਨਹਾ ਨੂੰ। ਜੇ ਆ ਗਿਆ ਫਸਟ ਇਲੈਕਟਡ ਪ੍ਰੈਜ਼ੀਡੈਂਟ, ਜੇ ਇਲੈਕਟਡ ਆ ਜਾਂਦਾ ਤਾਂ ਉੱਥੇ ਆਪਾਂ ਕੀ ਲਿਖਾਂਗੇ? ਡਾਕਟਰ ਰਜਿੰਦਰ ਪ੍ਰਸਾਦ। ਉਸ ਤੋਂ ਬਾਅਦ ਪਹਿਲੀ ਵਾਰੀ ਅਸੈਂਬਲੀ ਵਿੱਚ 2 ਉਪ ਰਾਸ਼ਟਰਪਤੀ ਕਿਹੜੇ ਚੁਣੇ ਗਏ ਸਨ? 2 ਉਪ ਰਾਸ਼ਟਰਪਤੀ, 2 ਵਾਈਸ ਪ੍ਰੈਜ਼ੀਡੈਂਟ ਕਿਹੜੇ ਸੀ? ਐਚ.ਸੀ. ਮੁਖਰਜੀ, ਬੀ.ਟੀ. ਕ੍ਰਿਸ਼ਨਾਮਚਾਰੀ ਜਾਂ ਡਾਕਟਰ ਰਜਿੰਦਰ ਪ੍ਰਸਾਦ ਜਾਂ ਆਪਸ਼ਨ ਏ ਐਂਡ ਬੀ ਜਾਂ ਆਪਸ਼ਨ ਬੀ ਐਂਡ ਸੀ। ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲੀ ਵਾਰੀ ਜਿਹੜੀ ਆਪਣੀ ਅਸੈਂਬਲੀ ਸੀ ਉਹ 'ਚ 2 ਉਪ ਰਾਸ਼ਟਰਪਤੀ ਚੁਣੇ ਗਏ ਸੀ। ਕਿਹੜੇ ਚੁਣੇ ਗਏ ਸੀ? ਐਚ.ਸੀ. ਮੁਖਰਜੀ ਐਂਡ ਬੀ.ਟੀ. ਕ੍ਰਿਸ਼ਨਾਮਚਾਰੀ। ਇਹਦੀ ਆਪਸ਼ਨ ਆਊਗੀ ਆਪਸ਼ਨ ਏ ਐਂਡ ਬੀ। ਉਸ ਤੋਂ ਬਾਅਦ ਟੀਚਾ ਪ੍ਰਸਤਾਵ ਅਸੈਂਬਲੀ ਵਿੱਚ ਕਦੋਂ ਅਤੇ ਕਿਸ ਨੇ ਪਾਸ ਕੀਤਾ ਸੀ? ਟੀਚਾ ਪ੍ਰਸਤਾਵ ਅਸੈਂਬਲੀ ਵਿੱਚ ਕਦੋਂ ਅਤੇ ਕਿਸ ਨੇ ਪਾਸ ਕੀਤਾ ਸੀ? 13 ਦਸੰਬਰ 1946 ਜਵਾਹਰ ਲਾਲ ਨਹਿਰੂ ਜਾਂ 12 ਦਸੰਬਰ 1946 ਮਹਾਤਮਾ ਗਾਂਧੀ, 9 ਦਸੰਬਰ 1946 ਰਜਿੰਦਰ ਪ੍ਰਸਾਦ ਜਾਂ 13 ਦਸੰਬਰ 1945 ਕੇ.ਐਮ. ਮੁੰਸ਼ੀ। ਜਿਹੜਾ ਟੀਚਾ ਪ੍ਰਸਤਾਵ ਸੀ ਆਪਾਂ ਕਹਿ ਸਕਦੇ ਆਬਜੈਕਟਿਵ ਰੈਜੂਲੇਸ਼ਨ। ਆਬਜੈਕਟਿਵ ਰੈਜੂਲੇਸ਼ਨ ਹਿਸਟਰੀਕਲ ਮੂਵ ਕਿਹੜੇ ਬੰਦੇ ਨੇ ਕੀਤਾ ਸੀ? ਜਵਾਹਰ ਲਾਲ ਨਹਿਰੂ ਨੇ। ਕਦੋਂ ਕੀਤਾ ਸੀ? 13 ਦਸੰਬਰ 1946। ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਬਜੈਕਟਿਵ ਰੈਜੂਲੇਸ਼ਨ ਕਦੋਂ ਪਾਸ ਕੀਤਾ ਸੀ? 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ। ਉਸ ਤੋਂ ਬਾਅਦ ਰਾਸ਼ਟਰੀ ਤਿਰੰਗਾ, ਭਾਰਤੀ ਰਾਸ਼ਟਰੀ ਤਿਰੰਗਾ ਕਦੋਂ ਅਪਣਾਇਆ ਗਿਆ? ਕਦੋਂ ਅਡਾਪਟ ਕੀਤਾ ਗਿਆ? ਨੈਸ਼ਨਲ ਫਲੈਗ 22 ਜੁਲਾਈ 1947 ਜਾਂ 24 ਜਨਵਰੀ 1950 ਜਾਂ 28 ਜਨਵਰੀ 1950 ਜਾਂ 13 ਦਸੰਬਰ 1946। ਜਿਹੜਾ ਭਾਰਤੀ ਰਾਸ਼ਟਰੀ ਤਿਰੰਗਾ ਸੀ ਉਹ ਕਦੋਂ ਅਪਣਾਇਆ ਗਿਆ? 22 ਜੁਲਾਈ 1947 ਨੂੰ। 22 ਜੁਲਾਈ 1947 ਨੂੰ ਕੀ ਕੀਤਾ ਗਿਆ ਸੀ? ਅਡਾਪਟ ਕੀਤਾ ਗਿਆ ਸੀ। 24 ਜਨਵਰੀ ਨੂੰ ਕੀ ਅਡਾਪਟ ਕੀਤਾ ਸੀ ਆਪਾਂ? ਨੈਸ਼ਨਲ ਐਂਥਮ। ਕੀ ਅਡਾਪਟ ਕੀਤਾ ਸੀ? ਨੈਸ਼ਨਲ ਐਂਥਮ। ਤੇ 28 ਜਨਵਰੀ 1950 ਨੂੰ ਆਪਣੇ ਕੀ ਬਣੀ ਸੀ? ਸੁਪਰੀਮ ਕੋਰਟ ਬਣੀ ਸੀ। ਤੇ 13 ਦਸੰਬਰ 1946 ਨੂੰ ਕੀ ਸੀ? ਆਬਜੈਕਟਿਵ ਰੈਜੂਲੇਸ਼ਨ। ਉਸ ਤੋਂ ਬਾਅਦ 8ਵਾਂ ਕੁਐਸਚਨ ਆ, ਭਾਰਤੀ ਸੰਵਿਧਾਨ ਬਣਾਉਣ ਤੇ ਕਿੰਨਾ ਖਰਚਾ ਆਇਆ ਸੀ? ਜਿਹੜਾ ਆਪਣਾ ਕੌਂਸਟੀਟਿਊਸ਼ਨ ਸੀ ਉਸ ਤੇ ਬਣਾਉਣ ਤੇ ਉਸ ਟਾਈਮ ਤੇ ਟੋਟਲ ਖਰਚਾ ਕਿੰਨਾ ਆਇਆ ਸੀ? 62 ਲੱਖ, 63 ਲੱਖ, 65 ਲੱਖ, 64 ਲੱਖ। ਭਾਰਤੀ ਸੰਵਿਧਾਨ ਬਣਾਉਣ ਤੇ ਕੁੱਲ ਖਰਚਾ ਕਿੰਨਾ ਆਇਆ ਸੀ? 64 ਲੱਖ ਰੁਪਏ ਖਰਚਾ ਆਇਆ ਸੀ ਉਸ ਟਾਈਮ ਤੇ। ਭਾਰਤ ਦਾ ਸੰਵਿਧਾਨ ਕਿੰਨੇ ਸੈਸ਼ਨਾਂ ਵਿੱਚ ਲਿਖਿਆ ਗਿਆ ਸੀ?
ਜੇ ਹੁਣ ਆਪਾਂ ਕਨਸਟੀਟਿਊਸ਼ਨ ਅਸੈਂਬਲੀ 'ਚ ਦੇਖੀਏ ਆਪਣਾ ਸੰਵਿਧਾਨ ਲਿਖਿਆ ਗਿਆ, ਜਿਹੜਾ ਭਾਰਤ ਸੰਵਿਧਾਨ ਕਿੰਨੇ ਟਾਈਮ ਦੇ ਵਿੱਚ ਲਿਖਿਆ ਗਿਆ ਸੀ? ਜੇ ਆਪਾਂ ਗੱਲ ਕਰੀਏ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ। ਭਾਰਤ ਦਾ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਲਿਖਿਆ ਗਿਆ। ਕਿੰਨੇ ਸੈਸ਼ਨਾਂ 'ਚ ਲਿਖਿਆ ਗਿਆ? ਜਿਹੜਾ ਭਾਰਤ ਦਾ ਸੰਵਿਧਾਨ ਸੀ ਕਿੰਨੇ ਸੈਸ਼ਨਾਂ 'ਚ ਲਿਖਿਆ ਗਿਆ? 11 ਸੈਸ਼ਨ ਦੇ ਵਿੱਚ ਲਿਖਿਆ ਗਿਆ। ਭਾਰਤ ਦਾ ਸੰਵਿਧਾਨ 11 ਸੈਸ਼ਨ ਦੇ ਵਿੱਚ ਲਿਖਿਆ ਗਿਆ। ਇਹ ਵੀ ਇੰਪੋਰਟੈਂਟ ਕੁਐਸਚਨ ਆ। ਪਹਿਲਾ ਸੈਸ਼ਨ ਕਦੋਂ ਹੋਇਆ ਸੀ? ਪਹਿਲਾ ਸੈਸ਼ਨ 9 ਦਸੰਬਰ ਤੋਂ ਲੈ ਕੇ 23 ਦਸੰਬਰ 1946 ਤੱਕ ਹੋਇਆ ਸੀ। ਤੇ ਜਿਹੜਾ 11ਵਾਂ ਸੈਸ਼ਨ ਸੀ ਉਹ ਹੋਇਆ ਸੀ 14 ਨਵੰਬਰ ਤੋਂ ਲੈ ਕੇ, ਯਾਦ ਰੱਖਿਓ, 14 ਨਵੰਬਰ ਤੋਂ ਲੈ ਕੇ 26 ਨਵੰਬਰ 1949 ਤੱਕ। 26 ਨਵੰਬਰ 1949 ਤੱਕ। ਇੱਕ ਕੁਐਸਚਨ ਇਹ ਵੀ ਆ ਜਾਂਦਾ ਇਹਦੇ ਵਿੱਚ ਹੀ, ਭਾਰਤ ਦਾ ਸੰਵਿਧਾਨ ਬਣ ਕੇ ਕਦੋਂ ਤਿਆਰ ਹੋ ਗਿਆ ਸੀ? 26 ਨਵੰਬਰ 1949 ਨੂੰ। ਪਰ ਆਪਾਂ ਲਾਗੂ ਕਦੋਂ ਕੀਤਾ? 26 ਜਨਵਰੀ 1950 ਨੂੰ। ਇਹ ਲਾਗੂ ਕਰਨ ਦਾ ਕੀ ਕਾਰਨ? ਕਿਉਂਕਿ 1930 ਨੂੰ ਆਪਾਂ ਕਿਹੜਾ ਦਿਵਸ ਬਣਾਇਆ ਸੀ? ਪੂਰਨ ਸਵਰਾਜ ਦਿਵਸ। ਬਹੁਤ ਇੰਪੋਰਟੈਂਟ ਕੁਐਸਚਨ ਆ, ਕਿਉਂਕਿ ਉਸ ਦਿਨ ਆਪਾਂ ਕੀ ਬਣਾਇਆ ਸੀ? ਪੂਰਨ ਸਵਰਾਜ ਦਿਵਸ ਬਣਾਇਆ ਸੀ। ਤੇ ਇਹਦੀ ਪੂਰਨ ਸਵਰਾਜ ਦਿਵਸ ਦੀ ਘੋਸ਼ਣਾ ਕਦੋਂ ਹੋਈ ਸੀ? ਲਾਹੌਰ ਸੈਸ਼ਨ ਦੇ ਵਿੱਚ ਹੋਈ ਸੀ 1929 ਦੇ ਵਿੱਚ। ਇਹਦੀ ਘੋਸ਼ਣਾ ਕਦੋਂ ਹੋਈ ਸੀ? ਲਾਹੌਰ ਸੈਸ਼ਨ ਦੇ ਵਿੱਚ 1929 ਦੇ ਵਿੱਚ। ਉਸ ਤੋਂ ਬਾਅਦ ਆਉਂਦਾ ਯੂਨੀਅਨ ਕਮੇਟੀ ਐਂਡ ਸਟੇਟ ਕਮੇਟੀ ਦਾ ਹੈੱਡ ਕੌਣ ਸੀ? BR ਅੰਬੇਦਕਰ ਜਾਂ ਸਰਦਾਰ ਪਟੇਲ ਜਾਂ ਜਵਾਹਰ ਲਾਲ ਨਹਿਰੂ ਜਾਂ KM ਮੁੰਸ਼ੀ। ਜੇ ਤੁਹਾਨੂੰ ਕਿਤੇ ਵੀ ਕੁਐਸਚਨ ਆ ਗਿਆ ਯੂਨੀਅਨ ਪਾਵਰ ਕਮੇਟੀ ਆ ਗਿਆ ਜਾਂ ਸਟੇਟ ਕਮੇਟੀ ਆ ਗਿਆ ਜਾਂ ਸਟੇਟ ਕਨਸਟੀਟਿਊਸ਼ਨ ਕਮੇਟੀ ਆ ਗਿਆ, ਯੂਨੀਅਨ ਪਾਵਰ ਕਮੇਟੀ ਜਾਂ ਸਟੇਟ ਕਮੇਟੀ ਜਾਂ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਆ ਗਿਆ, ਉਹਦਾ ਹੈੱਡ ਕੌਣ ਸੀ? ਜਵਾਹਰ ਲਾਲ ਨਹਿਰੂ। ਬਸ ਤੁਸੀਂ ਇੱਕ ਟ੍ਰਿਕ ਵੀ ਯਾਦ ਰੱਖ ਸਕਦੇ ਹੋ, ਯੂਨੀਅਨ ਆ ਗਿਆ ਕਿਤੇ ਜਾਂ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਆ ਗਿਆ ਜਾਂ ਯੂਨੀਅਨ ਪਾਵਰ ਕਮੇਟੀ ਆ ਗਿਆ ਜਾਂ ਸਟੇਟ ਕਮੇਟੀ ਆ ਗਿਆ, ਉਹਦਾ ਹੈੱਡ ਕੌਣ ਸੀ? ਜਵਾਹਰ ਲਾਲ ਨਹਿਰੂ। ਉਸ ਤੋਂ ਬਾਅਦ 12ਵਾਂ ਕੁਐਸਚਨ ਆ, ਬੁਨਿਆਦੀ ਅਧਿਕਾਰ ਅਲਪ ਸੰਖਿਅਕ ਅਤੇ ਆਦੀਵਾਸੀ ਖੇਤਰ ਦਾ ਹੈੱਡ ਕੌਣ ਸੀ? ਬੁਨਿਆਦੀ ਅਧਿਕਾਰ ਹੋ ਗਏ ਫੰਡਾਮੈਂਟਲ ਰਾਈਟਸ, ਅਲਪ ਸੰਖਿਅਕ ਹੋ ਗਏ ਮਿਨੋਰਟੀ ਘੱਟ ਸੰਖਿਆ ਵਾਲੇ, ਤੇ ਆਦੀਵਾਸੀ ਹੋ ਗਏ ਟ੍ਰਾਈਬਲ ਏਰੀਆ, ਉਹਨਾਂ ਦਾ ਹੈੱਡ ਕੌਣ ਸੀ? ਸਰਦਾਰ ਪਟੇਲ, ਜਵਾਹਰ ਲਾਲ ਨਹਿਰੂ, BN ਰਾਓ ਜਾਂ ਪ੍ਰੇਮ ਬਿਹਾਰੀ। ਉਹਨਾਂ ਦਾ ਹੈੱਡ ਕੌਣ ਸੀ? ਸਰਦਾਰ ਪਟੇਲ, ਸਰਦਾਰ ਵੱਲਭ ਭਾਈ ਪਟੇਲ ਸੀ। ਬੁਨਿਆਦੀ ਅਧਿਕਾਰ ਅਲਪ ਸੰਖਿਅਕ ਅਤੇ ਆਦੀਵਾਸੀ ਖੇਤਰ ਦਾ ਹੈੱਡ ਸਰਦਾਰ ਪਟੇਲ ਸੀ। ਸਟੀਅਰਿੰਗ ਕਮੇਟੀ ਬਹੁਤ ਇੰਪੋਰਟੈਂਟ ਕੁਐਸਚਨ ਆ। ਸਟੀਅਰਿੰਗ ਕਮੇਟੀ ਦਾ ਹੈੱਡ ਕੌਣ ਸੀ? ਸਟੀਅਰਿੰਗ ਕਮੇਟੀ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਆਪਣਾ ਕਨਸਟੀਟਿਊਸ਼ਨ ਬਣਿਆ ਸੀ ਉਦੋਂ ਕੀ ਬਣਿਆ ਸੀ? ਮੇਜਰ ਕਮੇਟੀਆਂ ਬਣੀਆਂ ਸੀ, ਕੁਝ ਮੇਜਰ ਕਮੇਟੀਆਂ ਬਣੀਆਂ ਸੀ, ਕੁਝ ਕੀ ਬਣਿਆ ਸੀ? ਮਾਈਨਰ ਕਮੇਟੀਆਂ। ਸਟੀਅਰਿੰਗ ਕਮੇਟੀ ਦਾ ਹੈੱਡ ਕੌਣ ਸੀ? ਜਵਾਹਰ ਲਾਲ ਨਹਿਰੂ, ਸਈਦ ਮੁਹੰਮਦ, ਰਜਿੰਦਰ ਪ੍ਰਸਾਦ, BT ਕ੍ਰਿਸ਼ਨਾਮਾਚਾਰੀ। ਐਂਡ ਸਟੀਅਰਿੰਗ ਕਮੇਟੀ ਦਾ ਹੈੱਡ ਕੌਣ ਸੀ? ਰਜਿੰਦਰ ਪ੍ਰਸਾਦ। ਸਟੀਅਰਿੰਗ ਕਮੇਟੀ ਦਾ ਹੈੱਡ ਕੌਣ ਸੀ? ਰਜਿੰਦਰ ਪ੍ਰਸਾਦ। ਉਸ ਤੋਂ ਬਾਅਦ ਡਰਾਫਟਿੰਗ ਕਮੇਟੀ ਕਦੋਂ ਬਣੀ ਅਤੇ ਇਸ ਦੇ ਕਿੰਨੇ ਮੈਂਬਰ ਸਨ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ। ਡਰਾਫਟਿੰਗ ਕਮੇਟੀ, ਜਿਹੜੀ ਡਰਾਫਟਿੰਗ ਕਮੇਟੀ ਸੀ ਉਹ ਬਣੀ ਸੀ 29 ਅਗਸਤ 1947 ਨੂੰ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਜਿਹੜੀ ਡਰਾਫਟਿੰਗ ਕਮੇਟੀ ਸੀ ਕਦੋਂ ਬਣੀ ਸੀ? 29 ਅਗਸਤ 1947 ਨੂੰ ਬਣੀ ਸੀ। ਇਸ ਵਿੱਚ ਕੁੱਲ ਕਿੰਨੇ ਮੈਂਬਰ ਸਨ? 7 ਮੈਂਬਰ ਸਨ। ਕੁੱਲ ਕਿੰਨੇ ਮੈਂਬਰ ਸਨ? 7 ਮੈਂਬਰ ਸਨ। ਬਹੁਤ ਇੰਪੋਰਟੈਂਟ ਕੁਐਸਚਨ ਆ। ਇਹਦਾ ਹੈੱਡ ਕੌਣ ਸੀ ਡਰਾਫਟਿੰਗ ਕਮੇਟੀ ਦਾ? BR ਅੰਬੇਦਕਰ। ਸਾਰਾ ਤੋਂ ਇੰਪੋਰਟੈਂਟ ਕੁਐਸਚਨ ਆ। ਜਿਹੜੀ ਡਰਾਫਟਿੰਗ ਕਮੇਟੀ ਸੀ ਉਹਨਾਂ ਦਾ ਹੈੱਡ ਕੌਣ ਸੀ? BR ਅੰਬੇਦਕਰ। ਕਦੋਂ ਬਣੀ ਸੀ? 29 ਅਗਸਤ 1947 ਨੂੰ। ਇਹਦੇ ਵਿੱਚ ਕੁੱਲ ਕਿੰਨੇ ਮੈਂਬਰ ਸਨ? 7 ਮੈਂਬਰ ਸਨ। ਉਸ ਤੋਂ ਬਾਅਦ ਆਉਂਦੀ ਆ ਸੰਵਿਧਾਨਿਕ ਅਸੈਂਬਲੀ ਦਾ ਸਲਾਹਕਾਰ ਕੌਣ ਸੀ? ਜਿਹੜੀ ਆਪਣੀ ਕਨਸਟੀਟਿਊਸ਼ਨ ਅਸੈਂਬਲੀ ਸੀ ਉਹਨਾਂ ਦਾ ਐਡਵਾਈਜ਼ਰ ਕੌਣ ਸੀ? ਕਨਸਟੀਟਿਊਸ਼ਨ ਅਸੈਂਬਲੀ ਦਾ ਐਡਵਾਈਜ਼ਰ ਕੌਣ ਸੀ? HBR ਇੰਗਰ, SN ਮੁਖਰਜੀ। SN ਮੁਖਰਜੀ ਜਾਂ ਪ੍ਰੇਮ ਬਿਹਾਰੀ ਨਰੈਣ ਜਾਂ BN ਰਾਓ। ਬਹੁਤ ਇੰਪੋਰਟੈਂਟ ਕੁਐਸਚਨ ਆ। ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਸੀ ਆਪਣਾ ਕਨਸਟੀਟਿਊਸ਼ਨਲ ਐਡਵਾਈਜ਼ਰ ਕਿਹੜਾ ਸੀ? ਐਡਵਾਈਜ਼ਰ ਸਲਾਹਕਾਰ। ਉਸ ਟਾਈਮ ਤੇ ਆਪਣਾ ਸਲਾਹਕਾਰ ਕੌਣ ਸੀ? BN ਰਾਓ। ਬਹੁਤ ਇੰਪੋਰਟੈਂਟ ਕੁਐਸਚਨ ਆ। ਸੰਵਿਧਾਨਿਕ ਅਸੈਂਬਲੀ ਦਾ ਸਲਾਹਕਾਰ ਕੌਣ ਸੀ? BN ਰਾਓ। ਉਸ ਤੋਂ ਬਾਅਦ ਹੈਗਾ 16ਵਾਂ ਕੁਐਸਚਨ ਆਉਣਾ, ਕਿਹੜੀ ਸੰਵਿਧਾਨਿਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ? 45ਵੀਂ ਸੋਧ 1976, 42ਵੀਂ ਸੰਵਿਧਾਨਿਕ ਸੋਧ 1976, 44ਵੀਂ ਸੋਧ 1978 ਤੇ 47ਵੀਂ ਸੋਧ 1942। ਆਪਾਂ ਨੂੰ ਪਤਾ ਜੀ ਮਿੰਨੀ ਸੰਵਿਧਾਨ ਸੋਧ ਕਿਹਨੂੰ ਕਿਹਾ ਜਾਂਦਾ ਹੈ? 42ਵੀਂ
ਸੰਵਿਧਾਨਿਕ ਸੋਧ 1976 ਨੂੰ। ਆਪਸ਼ਨ ਬੀ ਸਹੀ ਹੈ ਇਹਦੇ ਵਿੱਚ, ਕਿਉਂਕਿ ਜਿਹੜੀ ਮਿੰਨੀ ਸੰਵਿਧਾਨ ਸੀ, ਜਿੰਨੀਆਂ ਵੀ ਆਪਣੀਆਂ ਮਤਲਬ ਚੇਂਜਸ ਹੋਏ ਨੇ, ਜਿੰਨੇ ਵੀ ਆਪਣੇ ਚੇਂਜਸ ਹੋਏ ਨੇ, ਉਹ ਸਾਰਿਆਂ ਤੋਂ ਵੱਧ ਕਿਹਦੇ ਵਿੱਚ ਹੋਏ ਨੇ? 42ਵੀਂ ਸੰਵਿਧਾਨਿਕ ਸੋਧ 1970 ਦੇ ਵਿੱਚ 76 ਦੇ ਵਿੱਚ ਹੋਏ ਨੇ। ਇਸ ਕਰਕੇ ਇਹ ਅਮੈਂਡਮੈਂਟ ਨੂੰ ਆਪਾਂ ਕੀ ਕਹਿ ਦਿੰਦੇ ਆ? ਮਿੰਨੀ ਸੰਵਿਧਾਨ ਕਹਿ ਦਿੰਦੇ ਆ। ਉਸ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ। 17ਵਾਂ ਕੁਐਸਚਨ ਹੈ, ਵੋਟ ਦਾ ਅਧਿਕਾਰ ਕਿਹੜੀ ਸੋਧ ਰਾਹੀਂ 21 ਤੋਂ 18 ਸਾਲ ਕੀਤਾ ਗਿਆ? ਯਾਦ ਰੱਖਿਓ, ਪਹਿਲਾਂ ਆਪਣਾ ਵੋਟ ਪਾਉਣ ਦਾ ਅਧਿਕਾਰ ਕਿੰਨਾ ਸੀ ਬੱਚੇ? 21 ਸਾਲ ਸੀ। ਹੁਣ ਆਪਣਾ ਵੋਟ ਪਾਉਣ ਦਾ ਅਧਿਕਾਰ ਕਿੰਨਾ ਕਰਤਾ? 18 ਸਾਲ ਕਰਤਾ। ਕਿਹੜੀ ਸੰਵਿਧਾਨਿਕ ਸੋਧ ਰਾਹੀਂ ਕੀਤਾ ਗਿਆ ਸੀ? 62ਵੀਂ ਸੋਧ 1989, 61ਵੀਂ ਸੋਧ 1988 ਤੇ 69ਵੀਂ ਸੋਧ 1988 ਤੇ 92ਵੀਂ ਸੋਧ 1988। ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਵੀ ਕੁਐਸਚਨ ਇੰਪੋਰਟੈਂਟ ਹੈ ਇੰਗਲਿਸ਼ 'ਚ। ਇਹਨੂੰ ਕਹਿ ਦਿੰਦੇ ਆਪਾਂ ਅਡਲਟ ਫ੍ਰੈਂਚਨੈਸ। ਵੋਟ ਅਧਿਕਾਰ ਇੱਕ ਸੀਮਤ ਉਮਰ ਤੱਕ ਜਿਹੜਾ ਵੋਟ ਅਧਿਕਾਰ ਆ, ਪਹਿਲਾਂ ਆਪਣਾ 21 ਤੋਂ ਹੁਣ 18 ਸਾਲ ਕਰਤਾ। ਕਿਹੜੀ ਸੰਵਿਧਾਨਿਕ ਸੋਧ ਰਾਹੀਂ ਕੀਤਾ ਗਿਆ? 61ਵੀਂ ਸੰਵਿਧਾਨਿਕ ਸੋਧ 1988 ਦੇ ਰਾਹੀਂ। ਕਿਹੜੀ ਸੋਧ ਰਾਹੀਂ? 61ਵੀਂ ਸੰਵਿਧਾਨਿਕ ਸੋਧ 1988 ਦੇ ਰਾਹੀਂ। ਉਸ ਤੋਂ ਬਾਅਦ ਆਉਂਦਾ ਫੰਡਾਮੈਂਟਲ ਅਧਿਕਾਰ ਕਿਹੜੇ ਭਾਗ ਦੇ ਵਿੱਚ ਆਉਂਦੇ ਹਨ? ਮਤਲਬ ਫੰਡਾਮੈਂਟਲ ਰਾਈਟ, ਜਿਹੜੇ ਫੰਡਾਮੈਂਟਲ ਰਾਈਟ ਨੇ ਉਹ ਕਿਹੜੇ ਭਾਗ ਦੇ ਵਿੱਚ ਆਉਂਦੇ ਨੇ, ਕਿਹੜੇ ਪਾਰਟ ਦੇ ਵਿੱਚ ਆਉਂਦੇ ਨੇ? ਜਿਹੜੇ ਫੰਡਾਮੈਂਟਲ ਰਾਈਟ ਨੇ, ਆਪਸ਼ਨਾਂ ਨੇ ਭਾਗ ਦੂਜਾ, ਭਾਗ ਤੀਜਾ, ਭਾਗ ਚੌਥਾ ਤੇ ਭਾਗ ਪੰਜਵਾਂ। ਜਿਹੜੇ ਬੁਨਿਆਦੀ ਅਧਿਕਾਰ ਨੇ, ਫੰਡਾਮੈਂਟਲ ਰਾਈਟ ਨੇ, ਕਿਹੜੇ ਭਾਗ ਦੇ ਵਿੱਚ ਆਉਂਦੇ ਨੇ? ਭਾਗ ਤੀਜੇ ਦੇ ਵਿੱਚ ਆਉਂਦੇ ਨੇ। ਯਾਦ ਰੱਖਿਓ, ਜਿਹੜੇ ਬੁਨਿਆਦੀ ਅਧਿਕਾਰ ਨੇ ਇਹ ਕਿਹੜੇ ਭਾਗ ਦੇ ਵਿੱਚ ਆਉਂਦੇ ਨੇ? ਪਾਰਟ ਤੀਜੇ ਦੇ ਵਿੱਚ ਆਉਂਦੇ ਨੇ। ਅਨੁਛੇਦ 12 ਤੋਂ ਲੈ ਕੇ 35 ਤੱਕ, ਆਰਟੀਕਲ 12 ਤੋਂ ਲੈ ਕੇ 35 ਤੱਕ ਆਉਂਦੇ ਹਨ। ਜਿਹੜੇ ਫੰਡਾਮੈਂਟਲ ਰਾਈਟ ਆ ਇਹ ਆਪਾਂ ਕਿੱਥੋਂ ਲੈਤੇ ਸੀ? ਅਮਰੀਕਾ ਤੋਂ। ਬਹੁਤ ਇੰਪੋਰਟੈਂਟ ਕੁਐਸਚਨ ਆ। ਜਿਹੜੇ ਫੰਡਾਮੈਂਟਲ ਰਾਈਟ ਸੀ ਆਪਾਂ ਕਿੱਥੋਂ ਲੈਤੇ ਸੀ? ਅਮਰੀਕਾ ਤੋਂ ਲੈਤੇ ਸੀ। ਭਾਗ ਤੀਜੇ ਦੇ ਵਿੱਚ ਆਉਂਦੇ ਹਨ ਤੇ ਅਨੁਛੇਦ 12 ਤੋਂ ਲੈ ਕੇ 35 ਤੱਕ ਆਉਂਦੇ ਹਨ। ਉਸ ਤੋਂ ਬਾਅਦ ਮੌਲਿਕ ਕਰਤੱਵ। ਕਿਹੜੀ ਕਮੇਟੀ ਦੀ ਸਿਫਾਰਿਸ਼ ਹੇਠ ਜੋੜੇ ਗਏ ਸਨ? ਮੌਲਿਕ ਕਰਤੱਵ ਹੋ ਜਾਂਦੇ ਨੇ ਆਪਣੇ ਫੰਡਾਮੈਂਟਲ ਡਿਊਟੀਜ਼। ਕਮੇਟੀ ਕਿਹੜੀ ਸੀ? ਧਾਰ ਕਮੇਟੀ, ਸ਼ਾਹ ਕਮੇਟੀ, ਸਵਰਨ ਸਿੰਘ ਕਮੇਟੀ ਜਾਂ ਜੇਪੀ ਕਮੇਟੀ। ਜਿਹੜੇ ਮੌਲਿਕ ਕਰਤੱਵ ਸੀ ਇਹ ਕਿਹੜੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ? ਕਿਹੜੀ ਕਮੇਟੀ ਸੀ? ਸਵਰਨ ਸਿੰਘ ਕਮੇਟੀ। ਉਦੋਂ ਆਪਣੇ ਕੀ ਲੱਗੀ ਹੋਈ ਸੀ? ਇੰਟਰਨਲ ਐਮਰਜੈਂਸੀ ਲੱਗੀ ਹੋਈ ਸੀ। ਉਦੋਂ ਆਪਣੇ ਐਮਰਜੈਂਸੀ ਲੱਗੀ ਹੋਈ ਸੀ ਇੰਟਰਨਲ। ਉਹ ਐਮਰਜੈਂਸੀ ਕਦੋਂ ਲੱਗੀ ਸੀ ਇਹ ਵੀ ਪੁੱਛ ਸਕਦੇ ਆ। 1975 ਤੋਂ ਲੈ ਕੇ 1977 ਦੇ ਵਿਚਕਾਰ ਜਿਹੜੀ ਇੰਟਰਨਲ ਐਮਰਜੈਂਸੀ ਸੀ ਉਹ ਕਦੋਂ ਲੱਗੀ ਸੀ? 1975 ਤੋਂ ਲੈ ਕੇ 1977 ਤੱਕ। ਜਿਹੜੇ ਮੌਲਿਕ ਕਰਤੱਵ ਆ ਕਿਹਦੇ ਰਾਹੀਂ ਜੋੜੇ ਗਏ ਸੀ? ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਦੇ ਹੇਠਾਂ ਜੋੜੇ ਗਏ ਸੀ। ਜੇ ਆਪਾਂ ਅੱਜ ਗੱਲ ਕਰੀਏ, ਅੱਜ ਆਪਣੇ ਮੌਲਿਕ ਕਰਤੱਵ ਕਿੰਨੇ ਨੇ? 11। ਇੱਕ 11ਵਾਂ ਮੌਲਿਕ ਕਰਤੱਵ ਕਿਹੜਾ ਜੋੜਿਆ ਗਿਆ ਸੀ? 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਸਿੱਖਿਆ ਕੀ ਦੇਣਾ? ਲਾਜ਼ਮੀ ਦੇਣਾ। 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਕੀ ਦੇਣਾ? ਸਿੱਖਿਆ ਲਾਜ਼ਮੀ ਦੇਣਾ। ਇਹ ਕਿਹੜੀ ਸੰਵਿਧਾਨਿਕ ਸੋਧ ਦੇ ਵਿੱਚ ਐਡ ਕੀਤਾ ਗਿਆ ਸੀ? 86ਵੀਂ ਸੰਵਿਧਾਨਿਕ ਸੋਧ 2002 ਦੇ ਵਿੱਚ। ਬਹੁਤ ਇੰਪੋਰਟੈਂਟ ਕੁਐਸਚਨ ਆ। 11ਵੀਂ ਫੰਡਾਮੈਂਟਲ ਡਿਊਟੀ ਕਦੋਂ ਐਡ ਕੀਤੀ ਗਈ ਸੀ? 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਕੀ ਦਿੱਤੀ ਜਾਂਦੀ ਸੀ? ਐਜੂਕੇਸ਼ਨ ਦਿੱਤੀ ਜਾਂਦੀ ਸੀ ਫ੍ਰੀ ਦੇ ਵਿੱਚ। ਕਿਹੜੀ ਕਮੇਟੀ ਨੇ ਸਿਫਾਰਿਸ਼ ਕੀਤੀ? ਸਵਰਨ ਸਿੰਘ ਕਮੇਟੀ ਨੇ। ਤੇ ਕਿਹੜੀ ਸੰਵਿਧਾਨਿਕ ਸੋਧ ਰਾਹੀਂ ਬਣਿਆ ਸੀ? ਕਿਹੜੀ ਸੰਵਿਧਾਨ? 86ਵੀਂ ਸੰਵਿਧਾਨਿਕ ਸੋਧ 2002 ਦੇ ਵਿੱਚ। ਨੈਸ਼ਨਲ ਐਮਰਜੈਂਸੀ ਕਿਹੜੇ ਅਨੁਛੇਦ ਵਿੱਚ ਲੱਗਦੀ ਹੈ? ਜਿਹੜੀ ਨੈਸ਼ਨਲ ਐਮਰਜੈਂਸੀ ਆ, ਹੁਣ ਆਪਾਂ ਨੂੰ ਪਤਾ ਆਪਣੀ ਐਮਰਜੈਂਸੀ 3 ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਕੀ ਹੁੰਦੀ ਆ? ਨੈਸ਼ਨਲ ਐਮਰਜੈਂਸੀ ਹੁੰਦੀ ਆ। ਇੱਕ ਹੁੰਦਾ ਸਟੇਟ ਰੂਲ ਜਾਂ ਰਾਸ਼ਟਰਪਤੀ ਰਾਜ। ਇੱਕ ਹੁੰਦਾ ਫਾਈਨੈਂਸ਼ੀਅਲ ਐਮਰਜੈਂਸੀ, ਵਿੱਤੀ। ਹੁਣ ਆਪਾਂ ਨੂੰ ਹੁਣ ਅਨੁਛੇਦ 362 ਦੇ ਵਿੱਚ ਲੱਗਦੀ ਹੈ ਨੈਸ਼ਨਲ ਐਮਰਜੈਂਸੀ ਕਿ ਅਨੁਛੇਦ 352 ਜਾਂ ਅਨੁਛੇਦ 360 ਜਾਂ ਅਨੁਛੇਦ 368। ਜਿਹੜੀ ਨੈਸ਼ਨਲ ਐਮਰਜੈਂਸੀ ਆ ਉਹ ਕਿਹੜੇ ਅਨੁਛੇਦ ਦੇ ਵਿੱਚ ਲੱਗਦੀ ਹੈ? ਅਨੁਛੇਦ 352 ਦੇ ਵਿੱਚ। ਸਾਰੇ ਬੱਚੇ ਧਿਆਨ ਦੇ ਨਾਲ ਸੁਣ ਲਿਓ, ਜਿਹੜੀ ਨੈਸ਼ਨਲ ਐਮਰਜੈਂਸੀ ਆ ਉਹ ਅਨੁਛੇਦ 352 ਦੇ ਵਿੱਚ ਲੱਗਦੀ ਹੈ। ਉਸ ਤੋਂ ਬਾਅਦ ਜੇ ਆ ਗਿਆ ਸਟੇਟ ਰੂਲ ਜਾਂ ਰਾਸ਼ਟਰਪਤੀ ਰਾਜ, ਉਹ ਕਿਹੜੇ ਸ਼ਾਸਨ, ਜਦੋਂ ਸਰਕਾਰ ਦੀ ਮਸ਼ੀਨਰੀ ਬੁਰੇ ਤਰੀਕੇ ਨਾਲ ਕੀ ਹੋ ਜੇ? ਫੇਲ ਹੋ ਜੇ, ਉਦੋਂ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ। ਉਹ ਕਿਹੜੇ ਅਨੁਛੇਦ ਦੇ ਵਿੱਚ ਲੱਗਦਾ? ਆਰਟੀਕਲ 356 ਦੇ ਵਿੱਚ। ਕਿਹਦੇ ਵਿੱਚ ਲੱਗਦਾ? ਆਰਟੀਕਲ 356 ਦੇ ਵਿੱਚ। ਤੇ ਅਨੁਛੇਦ 360 ਦੇ ਵਿੱਚ ਕੀ ਹੁੰਦਾ? ਅਨੁਛੇਦ 360 ਦੇ ਵਿੱਚ ਕੀ ਹੁੰਦਾ? ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ, ਵਿੱਤੀ।
ਇੱਕ ਯਾਦ ਰੱਖਿਓ, ਵਿੱਤੀ ਐਮਰਜੈਂਸੀ ਆਪਣੇ ਇੱਕ ਵਾਰੀ ਵੀ ਨਹੀਂ ਲੱਗੀ ਹੈ ਤੱਕ। ਜਿਹੜੀ ਵਿੱਤੀ ਐਮਰਜੈਂਸੀ ਆ ਆਪਣੇ ਇੱਕ ਵਾਰੀ ਵੀ ਨਹੀਂ ਲੱਗੀ ਇੰਡੀਆ ਦੇ ਵਿੱਚ। ਜੇ ਆ ਗਿਆ ਜਿਵੇਂ ਪੰਜਾਬ ਦਾ ਪੇਪਰ ਦੇਣਾ, ਪੰਜਾਬ ਨਾਲ ਰਿਲੇਟਡ ਆ, ਪੰਜਾਬ ਦੇ ਵਿੱਚ ਲਾਸਟ ਵਾਰੀ ਐਮਰਜੈਂਸੀ ਕਦੋਂ ਲੱਗੀ ਸੀ? ਐਮਰਜੈਂਸੀ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀ? 1987 ਦੇ ਵਿੱਚ। ਕਦੋਂ ਲੱਗਿਆ ਸੀ? 1987 ਦੇ ਵਿੱਚ। ਇੱਕ ਆ ਜਾਂਦਾ ਅਨੁਛੇਦ 368। ਅਨੁਛੇਦ 368 ਦੇ ਵਿੱਚ ਕੀ ਹੁੰਦਾ? ਜੇਕਰ ਆਪਾਂ ਸੰਵਿਧਾਨ ਦੇ ਵਿੱਚ ਕੀ ਕਰਨੀ ਹੈ? ਸੋਧ ਕਰਨੀ ਹੈ। ਜੇਕਰ ਆਪਾਂ ਸੰਵਿਧਾਨ ਦੇ ਵਿੱਚ ਕੀ ਕਰਨੀ ਹੈ? ਸੋਧ ਕਰਨੀ ਹੈ, ਤਾਂ ਆਪਾਂ ਕਿਹੜੇ ਅਨੁਛੇਦ ਵਿੱਚ ਕਰ ਸਕਦੇ ਹਾਂ? 368 ਦੇ ਵਿੱਚ। ਇਹ ਤਾਂ ਆਪਾਂ ਨੂੰ ਇੱਕ ਇਹਦੇ ਵਿੱਚ ਇਹ ਵੀ ਪਤਾ ਹੋਣਾ ਚਾਹੀਦਾ, ਜਿਹੜਾ ਆਪਾਂ ਜੇ ਸੋਧ ਕਰ ਰਹੇ 368, ਇਹ ਆਪਾਂ ਕਿੱਥੋਂ ਲੈਤਾ ਸੀ? ਇਹ ਆਪਾਂ ਕਿੱਥੋਂ ਲੈਤਾ ਸੀ? ਸਾਊਥ ਅਫਰੀਕਾ ਤੋਂ। ਕਿੱਥੋਂ ਲੈਤਾ ਸੀ ਆਪਾਂ? ਦੱਖਣੀ ਅਫਰੀਕਾ ਤੋਂ। ਇਹ ਬੱਚੇ ਅੱਜ ਅਸੀਂ ਪਾਰਟ 1 ਬਣਾਇਆ ਪੋਲੀਟੀਕਲ ਦਾ ਕੁਐਸਚਨ ਵਾਸਤੇ, ਸਪੈਸ਼ਲ ਐਂਟੀਟੀ ਐਂਡ ਆਲ ਗਵਰਨਮੈਂਟ ਐਗਜ਼ਾਮ ਵਾਸਤੇ। ਬਾਕੀ ਜੇ ਤੁਹਾਨੂੰ ਇਹ ਵੀਡੀਓ ਸਾਡੀ ਵਧੀਆ ਲੱਗੀ ਮਲਟੀਪਲ ਚੁਆਇਸ ਕੁਐਸਚਨ ਦੀ, ਤਾਂ ਸਾਨੂੰ ਸਾਡੇ ਚੈਨਲ ਨੂੰ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ। ਬਾਕੀ ਅਗਲੇ ਪਾਰਟ ਦੇ ਵਿੱਚ ਅਸੀਂ ਸਾਰੀ ਪੋਲੀਟੀਕਲ ਕਵਰ ਕਰਵਾਵਾਂਗੇ, ਸਾਰੇ ਮਲਟੀਪਲ ਚੁਆਇਸ ਕੁਐਸਚਨ 5-7 ਵੀਡੀਓ ਬਣਾਵਾਂਗੇ ਜਿਹਦੇ ਵਿੱਚ ਮਲਟੀਪਲ ਚੁਆਇਸ ਕੁਐਸਚਨ ਹੀ ਹੋਣਗੇ।